ਦੋਸਤੋ ਇੱਕ ਹੋਰ ਵੱਡੀ ਖਬਰ ਜੋ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਸ਼ੁਮਾਰ ਹੈ। ਇੱਕ ਉਹ ਖਬਰ ਜਿਸ ਨੂੰ ਹਰ ਇੱਕ ਅਖਬਾਰ ਦੇ ਐਡੀਟੋਰੀਅਲ ਦੇ ਵਿੱਚ ਤਰਜੀਹ ਦਿੱਤੀ ਗਈ। ਜੀ ਹਾਂ, ਕੁਝ ਦਿਨਾਂ ਤੋਂ ਅਸੀਂ ਸੁਣਦੇ ਆ ਰਹੇ ਹਾਂ ਕਿ ਚਾਈਨਾ ਨੇ ਅਨਾਉਂਸ ਕਰ ਦਿੱਤੀ ਹੈ 3 ਚਾਈਲਡ ਪਾਲਿਸੀ। ਜੀ ਹਾਂ, ਕੀ ਹੈ 3 ਚਾਈਲਡ ਪਾਲਿਸੀ ਔਰ ਇਸ ਦੇ ਨਾਲ ਜੁੜੀ ਹੋਈ ਬੈਕਗਰਾਉਂਡ ਦੇ ਵਿੱਚ ਜੋ ਵੀ ਜਾਣਕਾਰੀ ਹੈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ। ਪ੍ਰੋਗਰਾਮ ਚੱਲ ਰਿਹਾ ਫਰੰਟਲਾਈਨਸ ਬੈਕਗਰਾਉਂਡ ਤੇ ਮੈਂ ਹਾਂ ਤੁਹਾਡੇ ਨਾਲ ਗੁਰਨੀਤ ਔਰ ਤੁਸੀਂ ਦੇਖ ਰਹੇ ਹੋ ਦਾ ਅਨਮਿਊਟ। ਜੀ ਦੋਸਤੋ, ਚਾਈਨਾ ਨੇ ਅਨਾਉਂਸ ਕਰ ਦਿੱਤੀ ਹੈ 3 ਚਾਈਲਡ ਪਾਲਿਸੀ। ਇਸ ਤੋਂ ਪਹਿਲਾਂ 2016 ਦੇ ਵਿੱਚ 2 ਚਾਈਲਡ ਪਾਲਿਸੀ ਜਿਹੜੀ ਹੈ ਉਹ ਚਲਾਈ ਗਈ ਸੀ, ਅਪਲਾਈ ਕੀਤੀ ਗਈ ਸੀ, ਅਨਾਉਂਸ ਕੀਤੀ ਗਈ ਸੀ, ਜੋ ਕਿ ਜਿਸ ਦੇ ਰਿਜ਼ਲਟਸ ਜੋ ਨੇ, ਜਿਸ ਦੇ ਸਿੱਟੇ ਜੋ ਨੇ ਉਹ ਬਹੁਤ ਬਦ ਤੋਂ ਬੱਤਰ ਦੇਖਣ ਦੇ ਵਿੱਚ ਸਾਹਮਣੇ ਆਏ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਚਾਈਨਾ ਵਾਕਈ ਹੀ ਪਰੇਸ਼ਾਨੀ ਦੇ ਵਿੱਚ ਹੈ, ਕਿਉਂਕਿ ਚਾਈਨੀਜ਼ ਪੋਪੂਲੇਸ਼ਨ ਦਾ ਇੱਕ ਖਦਸ਼ਾ ਜੋ ਹੈ ਉਹ ਪੈਦਾ ਹੋ ਗਿਆ ਹੈ। ਦੇਸ਼ ਭਰ ਦੀ ਜਿਹੜੀ ਪੋਪੂਲੇਸ਼ਨ ਹੈ ਉਸ ਦੇ ਵਿੱਚ ਲਗਾਤਾਰ ਵੱਡੀ ਮਾਤਰਾ ਦੇ ਵਿੱਚ ਗਿਰਾਵਟ ਆ ਰਹੀ ਹੈ। ਸੋ ਚਾਈਨਾ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪੋਪੂਲੇਸ਼ਨ ਕ੍ਰਾਈਸਿਸ ਦਾ ਸਾਹਮਣਾ ਜੋ ਹੈ ਦੋਸਤੋ ਉਹ ਕਰਨਾ ਪੈ ਸਕਦਾ। ਖਬਰ ਦੇ ਥੋੜ੍ਹਾ ਜਿਹਾ ਬੈਕਗਰਾਉਂਡ ਦੇ ਵਿੱਚ ਜਾਈਏ, ਅਸੀਂ ਦੇਖਦੇ ਹਾਂ ਕਿ 1979 ਦੇ ਵਿੱਚ ਜਦੋਂ ਚਾਈਨਾ ਨੇ 1 ਚਾਈਲਡ ਯਾਨੀ ਕਿ ਸਿੰਗਲ ਚਾਈਲਡ ਪਾਲਿਸੀ ਨੂੰ ਬਹੁਤ ਹੀ ਸਖਤੀ ਨਾਲ ਦੇਸ਼ ਭਰ ਦੇ ਵਿੱਚ ਅਪਲਾਈ ਕੀਤਾ ਸੀ ਔਰ ਇਸ ਦੇ ਸੰਬੰਧ ਦੇ ਵਿੱਚ ਜੇਕਰ ਇੱਕ ਜੋੜੇ ਵੱਲੋਂ ਇੱਕ ਤੋਂ ਜ਼ਿਆਦਾ ਬੱਚੇ ਪੈਦਾ ਕੀਤੇ ਜਾਂਦੇ ਸੀ ਤਾਂ ਉਹਨਾਂ ਨੂੰ ਹੈਵੀ ਪੈਨਲਟੀਜ਼ ਦਾ ਭਰਪਾਨ ਕਰਨਾ ਪੈਂਦਾ ਸੀ। ਹੁਣ ਉਸ ਵੇਲੇ ਤੋਂ ਕੀ ਹੋ ਗਿਆ ਕਿ ਲੋਕ ਜੋ ਨੇ, ਕਿਉਂਕਿ ਉਹਨਾਂ ਨੇ ਇੱਕ ਹੀ ਬੱਚਾ ਪੈਦਾ ਕਰਨਾ ਸੀ ਤਾਂ ਇੱਥੇ ਮੇਲ ਚਾਈਲਡ ਨੂੰ, ਬॉय ਚਾਈਲਡ ਨੂੰ ਤਰਜੀਹ ਦਿੱਤੀ ਜਾਣ ਲੱਗੀ ਐਂਡ ਐਜ਼ ਦ ਰਿਜ਼ਲਟ ਆਫ ਦਿਸ ਵੈਰੀ ਥਿੰਗ ਹੁਣ ਕੀ ਲੱਗਾ, ਫੀਮੇਲ ਫਿਟੀਸਾਈਡ ਜੋ ਹੈ ਉਹ ਵੱਡੇ ਪੈਮਾਨੇ ਤੇ ਹੋਣ ਲੱਗਾ, ਯਾਨੀ ਕਿ ਮਾਦਾ ਭਰੂਣ ਹੱਤਿਆ ਦਾ ਚਲਨ ਬਹੁਤ ਜ਼ਿਆਦਾ ਚਾਈਨਾ ਦੇ ਵਿੱਚ ਹੋ ਗਿਆ। ਹੁਣ ਇਸ ਦੇ ਨਾਲ ਕੀ ਹੈ, ਬਹੁਤ ਸਾਰੇ ਅਲੱਗ-ਅਲੱਗ ਫਰੰਟਸ ਤੋਂ ਜੇਕਰ ਇਸ ਚੀਜ਼ ਨੂੰ ਦੇਖੀਏ ਤਾਂ ਇਹਦਾ ਬਹੁਤ ਜ਼ਿਆਦਾ ਨੁਕਸਾਨ ਹੈ। ਜਿੱਥੇ ਮੇਲ ਚਾਈਲਡਸ ਦੀ ਇੱਕ ਬਹੁਤਾਤ ਹੋ ਗਈ, ਉੱਥੇ ਫੀਮੇਲ ਚਾਈਲਡਸ ਦਾ ਵੱਡੇ ਪੈਮਾਨੇ 'ਤੇ ਫਿਟੀਸਾਈਡ ਕੀਤਾ ਜਾਣਾ। ਇੱਥੇ ਹੁਣ ਜੋ ਚਾਈਨਾ ਦੀ ਇੱਕ ਸੈਕਸ ਰੇਸ਼ੋ ਸੀ, ਯਾਨੀ ਕਿ ਮੇਲ ਫੀਮੇਲ ਰੇਸ਼ੋ ਜਿਸ ਨੂੰ ਅਸੀਂ ਕਹਿੰਦੇ ਹਾਂ 1000 ਦੇ ਪ੍ਰਤੀ ਕਿੰਨੀਆਂ ਫੀਮੇਲਸ ਨੇ, ਉਹ ਟੋਟਲੀ ਡਿਸਟਰਬ ਹੋ ਜਾਂਦੀ ਹੈ। ਇੱਥੇ ਇੱਕ ਬਹੁਤ ਸੋਚਣ ਵਾਲੀ ਤੇ ਬਹੁਤ ਵੱਡਾ ਖਦਸ਼ਾ ਚਾਈਨੀਜ਼ ਗਵਰਨਮੈਂਟ ਵਾਸਤੇ ਪੈਦਾ ਹੋ ਗਿਆ ਔਰ ਜਦੋਂ ਇਹ ਚੀਜ਼ ਦੇ ਰਿਜ਼ਲਟਸ ਜਾਂ ਸਿੱਟੇ ਨਿਕਲ ਕੇ ਅੱਗੇ ਸਾਹਮਣੇ ਆਏ ਤਾਂ ਅਸੀਂ ਕੀ ਦੇਖਦੇ ਹਾਂ ਕਿ ਚਾਈਨਾ ਦੇ ਵਿੱਚ ਕੀ ਹੈ, ਫੀਮੇਲਸ ਦੀ ਘਾਟ ਆ ਗਈ, ਯਾਨੀ ਕਿ ਉੱਥੋਂ ਦੇ ਲੜਕਿਆਂ ਨੂੰ ਵਿਆਹ ਕਰਾਉਣ ਯੋਗ ਜੋ ਫੀਮੇਲਸ ਨੇ ਉਹ ਨਹੀਂ ਮਿਲ ਰਹੀਆਂ। ਤਾਂ ਚਾਈਨਾ ਕੀ ਕਰਨ ਲੱਗਿਆ, ਮਿਆਂਮਾਰ, ਪਾਕਿਸਤਾਨ, ਬੰਗਲਾਦੇਸ਼ ਤੋਂ ਜਿਹੜੀਆਂ ਲੜਕੀਆਂ ਨੇ ਉਹ ਵਿਆਹ ਵਾਸਤੇ ਚਾਈਨਾ ਲੈ ਕੇ ਆਈਆਂ ਜਾਣ ਲੱਗੀਆਂ। ਇੱਕ ਰਿਪੋਰਟ ਮੁਤਾਬਿਕ ਚਾਈਨਾ ਦੇ ਵਿੱਚ ਅੱਜ ਦੇ ਡੇਟ ਦੇ ਵਿੱਚ, ਅੱਜ ਦੀ ਤਾਰੀਖ ਦੇ ਵਿੱਚ 2019 ਦੇ ਵਿੱਚ ਇੱਕ ਨਿਊਜ਼ ਏਜੰਸੀ ਵੱਲੋਂ ਇੱਕ ਆਰਟੀਕਲ ਜੋ ਹੈ ਉਹ ਪਬਲਿਸ਼ ਕੀਤਾ ਗਿਆ, ਜਿਸ ਦੇ ਅਕੋਰਡਿੰਗ ਲਿਖਿਆ ਗਿਆ ਸੀ ਕਿ ਮਿਆਂਮਾਰ ਦੇ ਵਿੱਚੋਂ ਵੱਡੇ ਪੈਮਾਨੇ ਉੱਤੇ ਜੋ ਲੜਕੀਆਂ ਦੀ ਸਮਗਲਿੰਗ ਹੈ ਉਹ ਚਾਈਨਾ ਵਿੱਚ ਕੀਤੀ ਜਾ ਰਹੀ ਹੈ। ਇਹਨਾਂ ਲੜਕੀਆਂ ਦੀ ਸਮਗਲਿੰਗ ਕੁਝ ਇਸ ਤਰ੍ਹਾਂ ਦੇ ਏਜੰਟਸ ਵੱਲੋਂ ਕੀਤੀ ਜਾਣ ਲੱਗੀ ਜਿਨ੍ਹਾਂ ਨੂੰ ਥੋੜ੍ਹੇ ਜਿਹੇ ਪੈਸੇ ਦੇ ਕੇ ਔਰ ਗਰੀਬ ਜਿਹੜੇ ਮਾਂ-ਬਾਪ ਨੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ। ਕੁਝ ਕੁ ਪੈਸੇ ਦੇ ਕੇ ਜਿਹੜੀ ਲੜਕੀਆਂ ਨੇ ਉਹ ਐਜ਼ ਬ੍ਰਾਈਡਸ ਜੋ ਨੇ ਉਹ ਪ੍ਰੈਜ਼ੈਂਟ ਕੀਤੀਆਂ ਜਾਣ ਲੱਗੀਆਂ ਟੂ ਚਾਈਨੀਜ਼ ਮੈਨ, ਯਾਨੀ ਕਿ ਚਾਈਨੀਜ਼ ਲਾੜਿਆਂ ਨੂੰ ਉਹ ਗਰੀਬ ਜੋ ਲੜਕੀਆਂ ਨੇ ਉਹਨਾਂ ਨੂੰ ਐਜ਼ ਬ੍ਰਾਈਡਸ ਜੋ ਹੈ ਜਬਰਨ ਦੁਲਹਨ ਦੇ ਰੂਪ ਦੇ ਵਿੱਚ ਉਹਨਾਂ ਨੂੰ ਪ੍ਰੈਜ਼ੈਂਟ ਕੀਤਾ ਜਾਣ ਲੱਗਾ। ਹਾਲਾਂਕਿ ਪਾਕਿਸਤਾਨ ਦੇ ਵਿੱਚ ਇਹ ਬਹੁਤ ਜ਼ਿਆਦਾ ਹੋਇਆ ਹੈ। US ਦੀ ਇੱਕ ਆਫੀਸ਼ੀਅਲ ਰਿਪੋਰਟ ਮੁਤਾਬਿਕ ਪਾਕਿਸਤਾਨ ਨੇ ਡਿਸਾਈਡ ਕੀਤਾ ਕਿ ਚਾਈਨਾ ਦੇ ਵਿੱਚ ਜੋ ਵੀ ਇਹ ਪੋਪੂਲੇਸ਼ਨ ਕ੍ਰਾਈਸਿਸ ਆ ਰਿਹਾ, ਯਾਨੀ ਕਿ ਫੀਮੇਲਸ ਦੀ ਜੋ ਘਟਦੀ ਮਾਤਰਾ ਹੈ, ਅਸੀਂ ਉਸ ਨੂੰ ਕਾਫੀ ਹੱਦ ਤੱਕ ਤੁਹਾਡੀ ਹੈਲਪ ਕਰ ਸਕਦੇ ਹਾਂ। ਅਤੇ ਪਾਕਿਸਤਾਨ ਨੇ ਹੁਣ ਡਿਸਾਈਡ ਕੀ ਕੀਤਾ ਕਿ ਇਸਲਾਮਿਕ ਯਾਨੀ ਕਿ ਮੁਸਲਿਮ ਗਰਲਸ ਤੋਂ ਇਲਾਵਾ ਜਿਹੜੀ ਮਿਨੋਰਿਟੀ ਰਿਲੀਜਨਸ ਪਾਕਿਸਤਾਨ ਦੇ ਵਿੱਚ ਐਗਜ਼ਿਸਟ ਕਰਦੇ ਆ ਉਹ ਲੜਕੀਆਂ ਅਸੀਂ ਤੁਹਾਡੇ ਕੋਲ ਭੇਜ ਦਿਆ ਕਰਾਂਗੇ। ਔਰ ਇਹ ਸਮਝਣ ਵਾਲੀ ਗੱਲ ਹੈ ਦੋਸਤੋ ਕਿ ਇਹ ਟ੍ਰੈਫਿਕਿੰਗ, ਇਲੀਗਲ ਜੋ ਸਮਗਲਿੰਗ ਹੁੰਦੀ ਹੈ, ਇਹ ਗੌਰਮੈਂਟ ਜਦੋਂ ਹਾਂ ਦੇ ਵਿੱਚ ਹਾਂ ਮਿਲਾਉਂਦੀ ਹੈ, ਇਸ ਤੋਂ ਇਲਾਵਾ ਇਹ ਸੰਭਵ ਹੀ ਨਹੀਂ ਹੋ ਸਕਦਾ। ਔਰ ਇਹ ਤੱਥ ਜਿਹੜਾ ਉਹ ਇਹ ਚੀਜ਼ਾਂ ਨੂੰ, ਇਹ ਤਮਾਮ ਗੱਲਾਂ ਨੂੰ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਇਹਦੀ ਪ੍ਰੌੜਤਾ ਕਰਦਾ। ਹੁਣ ਕੀ ਲੱਗਾ, ਜੋ ਪਾਕਿਸਤਾਨ ਦੇ ਵਿੱਚ ਮਿਨੋਰਿਟੀ ਰਿਲੀਜਨਸ ਦੀਆਂ ਫੀਮੇਲ ਸੀ ਜਾਂ ਗਰਲ ਸੀ, ਭਾਵੇਂ ਉਹ ਹਿੰਦੂ ਗਰਲ ਸੀ, ਭਾਵੇਂ ਉਹ ਈਸਾਈ ਧਰਮ ਨਾਲ ਸੰਬੰਧ ਰੱਖਦੀਆਂ ਕ੍ਰਿਸਚਨ ਗਰਲ ਸੀ, ਉਹਨਾਂ ਦੀ ਵੱਡੇ ਪੈਮਾਨੇ ਉੱਤੇ ਸਮਗਲਿੰਗ ਜੋ ਹੈ ਉਹ ਕੀਤੀ ਜਾਣ ਲੱਗੀ।
ਹਾਲਾਂਕਿ ਇਹ ਸੈਕਸ ਰੇਸ਼ੋ ਦਾ ਜੋ ਇਸ਼ੂ ਹੈ ਉਹ ਇੰਡੀਆ ਦੇ ਵਿੱਚ ਵੀ ਹੈ, ਪਰ ਇੰਡੀਆ ਦੇ ਵਿੱਚ ਅਸੀਂ ਬਹੁਤ ਹੱਦ ਤੱਕ ਇਸ ਨੂੰ ਕੰਟਰੋਲ ਕਰ ਲਿਆ ਹੈ। ਔਰ ਨਾਲੋਂ ਨਾਲ ਜੇ ਦੇਖਿਆ ਜਾਵੇ ਚਾਈਨਾ ਦੇ ਵਿੱਚ ਇੰਡੀਆ ਦੇ ਮੁਕਾਬਲੇ ਇਹ ਜਿਹੜਾ ਡਿਫਰੈਂਸ ਹੈ ਬਹੁਤ ਜ਼ਿਆਦਾ ਆ ਗਿਆ। ਔਰ ਜਦੋਂ ਹੁਣ ਚਾਈਨਾ ਇੱਕ ਔਨਗੋਇੰਗ ਪੋਪੂਲੇਸ਼ਨ ਕ੍ਰਾਈਸਿਸ ਦੇ ਵਿੱਚੋਂ ਦਰਗੁਜ਼ਰ ਹੋ ਰਿਹਾ ਹੈ, ਤਾਂ ਇੱਥੇ ਇਹ ਐਕਸਪਰਟਸ ਦੁਆਰਾ ਪ੍ਰੈਡਿਕਟ ਕੀਤਾ ਜਾ ਰਿਹਾ ਹੈ, ਕਿਆਸ ਲਗਾਏ ਜਾ ਰਹੇ हैं कि बाय 2050 ਜੋ ਚਾਈਨਾ ਦੀ ਪੋਪੂਲੇਸ਼ਨ ਹੈ ਉਹਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਨੇ ਉਹ 50 ਸਾਲ ਦੀ ਉਮਰ ਤੱਕ ਕੁਆਰੇ ਰਿਹਾ ਕਰਨਗੇ। ਚਾਈਨਾ ਦਾ ਜੋ ਫਰਟੀਲਿਟੀ ਰੇਟ ਹੈ ਉਹ ਬਹੁਤ ਜ਼ਿਆਦਾ ਉਸ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਔਰ ਇਸ ਸਾਲ ਦੇ ਵਿੱਚ ਦੇਖੀਏ ਯਾਨੀ ਕਿ ਸਾਲ 2021 ਦੇ ਵਿੱਚ ਪਿਛਲੇ 10 ਸਾਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਗਿਰਾਵਟ ਜਿਹੜੀ ਹੈ ਉਹ ਚਾਈਨਾ ਦੇ ਗ੍ਰਾਫ ਦੇ ਵਿੱਚ ਆਈ ਹੈ। ਫਰਟੀਲਿਟੀ ਰੇਟ ਜਿਹੜਾ ਉਹ ਸਭ ਤੋਂ ਘੱਟ ਇਸ ਸਾਲ ਦੇ ਵਿੱਚ ਦਰਜ ਕੀਤਾ ਗਿਆ ਹੈ। ਕਿਸੇ ਵੀ ਦੇਸ਼ ਦੀ ਜਦੋਂ ਪੋਪੂਲੇਸ਼ਨ ਨੂੰ ਅਸੀਂ ਦੇਖਦੇ ਹਾਂ ਤੇ ਉਸ ਨੂੰ ਮੇਨਟੇਨ ਕਰਨ ਲਈ ਕੁਝ ਪਾਰਟਿਕੂਲਰ ਸਟੈਂਡਰਡਸ ਹੁੰਦੇ ਨੇ। ਸੋ ਚਾਈਨਾ ਦੀ ਪੋਪੂਲੇਸ਼ਨ ਦਾ ਗ੍ਰਾਫ ਜੋ ਹੈ ਉਹ ਇਸ ਟਾਈਮ ਹੈ 1.3। ਹੁਣ ਇੱਥੇ ਸਮਝਣ ਦੀ ਗੱਲ ਇਹ ਹੈ ਕਿ 1.3 ਨੂੰ ਅਸੀਂ ਕਿਸ ਪੈਮਾਨੇ ਉੱਤੇ ਲਵਾਂਗੇ। ਇਸ ਨੂੰ ਸਮਝਣ ਦੇ ਲਈ ਸਾਨੂੰ ਇੱਕ ਨਿੱਕੀ ਜਿਹੀ ਐਗਜ਼ਾਮਪਲ ਨੂੰ ਜ਼ਰੂਰ ਕੰਸੀਡਰ ਕਰਨਾ ਚਾਹੀਦਾ ਹੈ। ਮੰਨ ਲਓ ਕਿ ਕਿਸੇ ਦੇਸ਼ ਦੀ ਇੱਕ ਪੋਪੂਲੇਸ਼ਨ ਹੈ ਜੋ ਉਹਨੇ ਡਿਸਾਈਡ ਕੀਤੀ ਹੈ ਵੀ 3 ਕਰੋੜ ਪੋਪੂਲੇਸ਼ਨ ਐਟਲੀਸਟ ਹੋਣੀ ਚਾਹੀਦੀ ਹੈ। ਸੋ ਉਸ ਨੂੰ ਮੇਨਟੇਨ ਕਰਨ ਵਾਸਤੇ ਜਦੋਂ ਯਾਨੀ ਕਿ ਜਦੋਂ ਸੈਂਸ਼ਸ ਹੋਏਗਾ 10 ਸਾਲਾਂ ਦੇ ਬਾਅਦ ਸਰਵੇ ਕੀਤਾ ਜਾਏਗਾ ਤਾਂ ਉਹ 10,000 ਤੋਂ ਜੇਕਰ ਪੋਪੂਲੇਸ਼ਨ ਘਟਦੀ ਹੈ ਤਾਂ ਉਸ ਕੰਟਰੀ ਦੇ ਵਾਸਤੇ ਪੋਪੂਲੇਸ਼ਨ ਕ੍ਰਾਈਸਿਸ ਹੋਣ ਦਾ ਖਦਸ਼ਾ ਪੈਦਾ ਹੋ ਜਾਂਦਾ ਹੈ। ਔਰ ਹੋਇਆ ਕੀ ਹੈ ਯਾਨੀ ਕਿ 2.1% ਦਾ ਇੱਕ ਪੈਰਾਮੀਟਰ ਸੈੱਟ ਕੀਤਾ ਗਿਆ ਹੈ ਇੰਟਰਨੈਸ਼ਨਲ ਸਟੈਂਡਰਡਸ ਦੁਆਰਾ ਕਿ 2.1 ਤੋਂ ਜੇਕਰ ਉਹ ਗ੍ਰਾਫ ਥੱਲੇ ਗਿਰਦਾ ਹੈ ਤਾਂ ਫਿਰ ਉਸ ਨੂੰ ਰਿਕਵਰ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ। ਹਾਲਾਂਕਿ 2.1 ਤੋਂ ਬਾਅਦ ਅਸੀਂ ਸੋਚਣਾ ਸ਼ੁਰੂ ਕਰ ਦਿੰਦੇ ਹਾਂ। 1.6 ਐਕਸਪਰਟ ਦਾ ਕਹਿਣਾ ਜਦੋਂ ਗ੍ਰਾਫ ਜਿਹੜਾ 1.6 ਤੱਕ ਆ ਜਾਵੇ ਤਾਂ ਫਿਰ ਇਸ ਨੂੰ ਕਿਸੇ ਵੀ ਹਾਲਤ ਦੇ ਵਿੱਚ ਰਿਕਵਰ ਨਹੀਂ ਕੀਤਾ ਜਾ ਸਕਦਾ। ਉਸ ਕੰਟਰੀ ਦੀ ਪੋਪੂਲੇਸ਼ਨ ਜੋ ਹੈ ਦੋਸਤੋ ਉਹ ਬਿਲਕੁਲ ਹੀ ਖਤਮ ਹੋਣ ਦੀ ਕਗਾਰ ਉੱਤੇ ਜਾ ਸਕਦੀ ਹੈ। ਪਰ ਚਾਈਨਾ ਦਾ ਜੋ ਗ੍ਰਾਫ ਹੈ ਅਸੀਂ ਗੱਲ ਕੀਤੀ 1.2 ਰਹਿ ਗਿਆ ਹੈ, ਯਾਨੀ ਕਿ ਆਲਰੇਡੀ ਪੋਪੂਲੇਸ਼ਨ ਕ੍ਰਾਈਸਿਸ ਜੋ ਹੈ ਬਹੁਤ ਵੱਡੇ ਪੈਮਾਨੇ ਤੇ ਦੇਖਣ ਨੂੰ ਮਿਲ ਰਿਹਾ ਹੈ। ਔਰ ਹੁਣ ਚਾਈਨੀਜ਼ ਗਵਰਨਮੈਂਟ ਨੂੰ ਕੀ ਕਰਨਾ ਪਏਗਾ, ਹੋ ਸਕਦਾ ਹੈ ਕਿ ਪੋਪੂਲੇਸ਼ਨ ਕ੍ਰਾਈਸਿਸ ਨੂੰ ਦੇਖਦਿਆਂ ਆਉਣ ਵਾਲੇ ਸਾਲਾਂ ਦੇ ਵਿੱਚ ਕੀ ਕਰਨ, ਇਹ ਇਮੀਗ੍ਰੇਸ਼ਨ ਪਾਲਿਸੀਜ਼ ਚਲਾ ਦੇਣ ਜੋ ਹਾਲ ਹੀ ਦੇ ਸਮੇਂ ਦੇ ਵਿੱਚ US ਨੇ ਚਲਾਈਆਂ ਸੀ ਆਪਣੀ ਪੋਪੂਲੇਸ਼ਨ ਨੂੰ ਮੇਨਟੇਨ ਕਰਨ ਵਾਸਤੇ, ਤਾਂ ਜੋ ਬਾਹਰਲੀ ਕੰਟਰੀਜ਼ ਦੇ ਜੋ ਲੋਕ ਨੇ ਉਹ ਇਹਨਾਂ ਦੀ ਕੰਟਰੀ ਦੇ ਵਿੱਚ ਆ ਕੇ ਰਹਿ ਸਕਣ ਔਰ ਇਹਨਾਂ ਦੀ ਪੋਪੂਲੇਸ਼ਨ ਨਾਲ ਇਕਮਿਕ ਹੋ ਕੇ ਉਹ ਪੋਪੂਲੇਸ਼ਨ ਕ੍ਰਾਈਸਿਸ ਜੋ ਹੈ ਉਸ ਦਾ ਗ੍ਰਾਫ ਕੁਝ ਘਟ ਸਕੇ ਤੇ ਫਰਟੀਲਿਟੀ ਰੇਟ ਜੋ ਹੈ ਉਹ ਵੱਧ ਸਕੇ। ਚਾਈਨਾ ਦੇ ਆਫੀਸ਼ੀਅਲ ਅਖਬਾਰ ਮੁਤਾबिक ਚਾਈਨਾ ਦੀ ਆਬਾਦੀ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਪਿਛਲੇ 60 ਸਾਲਾਂ ਦੌਰਾਨ ਚਾਈਨਾ ਦੀ ਆਬਾਦੀ ਗਿਰੀ ਨਹੀਂ ਸੀ, ਸਿਵਾਏ ਗ੍ਰੇਟ ਲੀਪ ਫਾਰਵਰਡ ਦੌਰਾਨ 1961 ਤੇ ਉਸ ਤੋਂ ਬਾਅਦ ਇਹ ਗਿਰਾਵਟ 2021 ਦੇ ਵਿੱਚ ਦਰਜ ਕੀਤੀ ਗਈ। ਇਸ ਤੋਂ ਪਹਿਲਾਂ ਵਾਲੇ ਸਾਲਾਂ ਵਿੱਚ ਚਾਈਨਾ ਨੂੰ ਵਧਦੀ ਆਬਾਦੀ ਨੂੰ ਕੰਟਰੋਲ ਕਰਨ ਲਈ ਵਨ ਚਾਈਲਡ ਪਾਲਿਸੀ ਲੈ ਕੇ ਆਉਣੀ ਪਈ। ਚਾਈਨਾ ਦੀ ਇਕਨੋਮੀ ਲੇਬਰ ਤੇ ਨਿਰਭਰ ਕਰਦੀ ਹੈ। ਹੁਣ ਚਾਈਨਾ ਵਾਸਤੇ ਘਟਦੀ ਜਾ ਰਹੀ ਆਬਾਦੀ ਚਿੰਤਾ ਦਾ ਵਿਸ਼ਾ ਇਸ ਲਈ ਹੈ ਕਿਉਂਕਿ ਇਸ ਤੋਂ ਪਹਿਲਾਂ 1958 ਤੋਂ 1962 ਦੌਰਾਨ ਇਹ ਵਰਤਾਰਾ ਗ੍ਰੇਟ ਲੀਪ ਫਾਰਵਰਡ ਕਰਕੇ ਵਾਪਰਿਆ ਸੀ। ਇਸ ਦਾ ਮੁੱਖ ਕਾਰਨ ਮਾਓ ਜ਼ੇਡੋਂਗ ਦੀ ਇਕਨੋਮਿਕ ਪਾਲਿਸੀ ਸੀ, ਜਿਸ ਕਰਕੇ ਉੱਥੇ ਭੁੱਖਮਰੀ ਫੈਲ ਗਈ ਤੇ ਅਕਾਲ ਪੈ ਗਿਆ। ਕਿੰਨੇ ਹੀ ਲੋਕਾਂ ਦੀਆਂ ਜਾਨਾਂ ਗਈਆਂ। ਇਸ ਕਰਕੇ ਆਬਾਦੀ ਵਿੱਚ ਤੇਜ਼ੀ ਨਾਲ ਗਿਰਾਵਟ ਆਈ। ਕਿਹਾ ਜਾਂਦਾ ਹੈ ਕਿ ਲਗਭਗ 5 ਕਰੋੜ ਲੋਕਾਂ ਦੀ ਜਾਨ ਇਸ ਦੌਰਾਨ ਚਲੇ ਗਈ ਸੀ। ਪਰ 2021 ਦੇ ਵਿੱਚ ਘਟਦੀ ਆਬਾਦੀ ਦਾ ਕਾਰਨ COVID-19 ਵੀ ਹੋ ਸਕਦਾ ਹੈ। ਮਰਨ ਵਾਲਿਆਂ ਦੀ ਗਿਣਤੀ ਕਿੰਨੀ ਸੀ, ਇਹ ਆਫੀਸ਼ੀਅਲ ਨੰਬਰਸ ਹਾਲੇ ਤੱਕ ਚਾਈਨਾ ਨੇ ਸੀਕ੍ਰੇਟ ਰੱਖੇ ਨੇ। ਦੂਜਾ ਕਾਰਨ ਲੋਕਾਂ ਦਾ ਧਿਆਨ ਬੱਚੇ ਜੰਮਣ ਤੋਂ ਹਟ ਕੇ ਆਪਣੇ ਆਪ ਤੇ ਅਤੇ ਆਪਣੇ ਕੈਰੀਅਰ ਤੇ ਫੋਕਸ ਕਰਨਾ ਵੀ ਹੋ ਗਿਆ ਹੈ। ਇਸ ਤਰ੍ਹਾਂ ਚਾਈਨਾ ਦੇ ਵਿੱਚ ਹੀ ਨਹੀਂ ਬਲਕਿ ਗਲੋਬਲਾਈਜੇਸ਼ਨ ਕਰਕੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਵਾਪਰ ਰਿਹਾ ਹੈ। ਜੀ ਦੋਸਤੋ, ਇੰਡੀਆ ਦਾ ਜੋ ਪੋਪੂਲੇਸ਼ਨ ਰੇਟ ਹੈ that is 2.2, ਯਾਨੀ ਕਿ ਸਾਡੀ ਪੋਪੂਲੇਸ਼ਨ ਜੋ ਹੈ ਉਹ ਹਾਲੇ ਵੀ ਠੀਕ ਠਾਕ ਰੇਟ ਦੇ ਨਾਲ ਉਸ ਦੇ ਵਿੱਚ ਇਜ਼ਾਫਾ ਹੋ ਰਿਹਾ ਹੈ। ਪਰ ਜਦੋਂ ਚਾਈਨਾ ਨੇ 2016 ਦੇ ਵਿੱਚ 2 ਚਾਈਲਡ ਪਾਲਿਸੀ ਲੈ ਕੇ ਆਂਦੀ, ਜਿਸ ਦੇ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਉਹ ਪਾਲਿਸੀ ਜਿਹੜੀ ਹੈ ਉਹ ਵੱਡੇ ਪੈਮਾਨੇ ਤੇ ਫੇਲ ਹੋ ਗਈ, ਕਿਉਂਕਿ 2016 ਦੇ ਵਿੱਚ ਲੋਕਾਂ ਨੇ ਹੋਰ ਘੱਟ ਬੱਚੇ ਪੈਦਾ ਕਰਨੇ ਸ਼ੁਰੂ ਕਰ ਦਿੱਤੇ। 1979 ਦੀ ਜਿਹੜੀ ਪਾਲਿਸੀ ਸੀ ਉਸ ਦਾ ਐਡਵਰਸ ਇਫੈਕਟ ਪਿਆ ਔਰ ਉਦੋਂ ਤੋਂ ਲੈ ਕੇ ਹੁਣ ਤੱਕ ਚਾਈਨਾ ਦੇ
ਵੈਲਿਊਜ਼ ਬਦਲ ਗਏ, ਚਾਈਨਾ ਦੇ ਨੋਰਮਸ ਬਦਲ ਗਏ, ਚਾਈਨਾ ਦਾ ਫੈਮਿਲੀ ਸਿਸਟਮ ਬਦਲ ਗਿਆ, ਲੋਕਾਂ ਨੇ ਸ਼ਹਿਰੀ ਲਾਈਫ ਸਟਾਈਲ ਅਪਣਾ ਲਿਆ ਔਰ ਸ਼ਹਿਰਾਂ ਦੇ ਵਿੱਚ ਆ ਕੇ ਰਹਿਣ ਲੱਗ ਗਏ। ਇੱਥੇ ਪੜ੍ਹਾਈ ਦਾ ਖਰਚਾ ਜ਼ਿਆਦਾ ਹੋਣ ਲੱਗਾ, ਉਹਨਾਂ ਨੇ ਵਧੀਆ ਲਾਈਫ ਸਟਾਈਲ ਜਦੋਂ ਅਪਣਾਇਆ ਅਤੇ ਉਸ ਦੇ ਨਾਲ ਲਗਜ਼ਰੀਜ਼ ਦੀ ਐਨਹਾਂਸਮੈਂਟ ਹੋਈ, ਲਗਜ਼ਰੀ ਵਿੱਚ ਬੜੋਤਰੀ ਹੋਈ। ਔਰ ਇਹਨਾਂ ਸਭ ਚੀਜ਼ਾਂ ਕਰਕੇ ਹੁਣ ਲੋਕ ਸੋਚਣ ਲੱਗੇ ਕਿ ਉਹ ਕਿਉਂ 2 ਜਾਂ 3 ਬੱਚੇ ਜਿਹੜੇ ਆ ਉਹ ਪੈਦਾ ਕਰਨ, ਕਿਉਂਕਿ ਉਹ 2-3 ਬੱਚੇ ਪੈਦਾ ਕਰਕੇ ਉਹਨੂੰ ਅਫੋਰਡ ਨਹੀਂ ਕਰ ਸਕਦੇ। ਸੋ ਇਹ ਬਹੁਤ ਵੱਡੀ ਗੱਲ ਸੀ। ਹੁਣ ਚਾਈਨਾ ਨੇ ਕੀ ਕੀਤਾ, ਵੱਡੇ ਪੈਮਾਨੇ 'ਤੇ ਪੂਰੇ ਵਰਲਡ ਵਿੱਚੋਂ ਖਾਸ ਕਰਕੇ ਜੋ ਨੀਅਰ ਬਾਏ ਕੰਟਰੀਜ਼ ਸੀ ਉਹਨਾਂ ਵਿੱਚੋਂ ਗਰੀਬ ਲੜਕੀਆਂ ਸਮਗਲ ਕੀਤੀਆਂ ਜਾਣ ਲੱਗੀਆਂ। ਜਿਵੇਂ ਕਿ ਅਸੀਂ ਪਹਿਲਾਂ ਹੀ ਗੱਲ ਕੀਤੀ, ਨੇਪਾਲ, ਮਿਆਂਮਾਰ, ਬੰਗਲਾਦੇਸ਼ ਤੋਂ ਇਹ ਸਮਗਲਿੰਗ ਵੱਡੇ ਪੈਮਾਨੇ 'ਤੇ ਹੋਣ ਲੱਗੀ ਔਰ ਸਭ ਤੋਂ ਜ਼ਿਆਦਾ ਇਸ ਵਿੱਚ ਹੱਥ ਰਿਹਾ ਪਾਕਿਸਤਾਨ ਦਾ। ਪਾਕਿਸਤਾਨ ਤੋਂ ਵੱਡੇ ਪੈਮਾਨੇ 'ਤੇ ਜਦੋਂ ਚਾਈਨੀਜ਼ ਲੜਕੀਆਂ ਦੀ ਸਮਗਲਿੰਗ ਕੀਤੀ ਗਈ। ਮੀਤ ਮੁਕੱਦਸ ਅਸ਼ਰਫ ਦੀ ਕਹਾਣੀ ਕਿਸ ਨੇ ਨਹੀਂ ਸੁਣੀ। ਇਸ ਦੀ ਸਾਰੀ ਇਨਫੋਰਮੇਸ਼ਨ ਡਿਟੇਲ ਤੁਸੀਂ ਨੈੱਟ ਤੋਂ ਕੱਢ ਸਕਦੇ ਹੋ। ਔਰ ਮੀਤ ਮੁਕੱਦਸ ਅਸ਼ਰਫ ਜੋ ਹੈ ਉਹ ਮਹਿਜ਼ 16 ਸਾਲ ਦੀ ਇੱਕ ਮਾਸੂਮ ਬੱਚੀ ਸੀ, ਜਿਸ ਨੂੰ ਚੰਦ ਪੈਸਿਆਂ ਵਾਸਤੇ ਉਸਦੇ ਮਾਪਿਆਂ ਵੱਲੋਂ ਇੱਕ ਚਾਈਨੀਜ਼ ਮੈਨ ਨੂੰ, ਇੱਕ ਚਾਈਨੀਜ਼ ਡੀਲਰ ਨੂੰ ਵੇਚ ਦਿੱਤਾ ਜਾਂਦਾ ਹੈ। ਔਰ ਉਸਨੇ ਦੱਸਿਆ ਕਿ ਉਹ ਖਾਣ ਨੂੰ ਨਹੀਂ ਦਿੰਦੇ ਔਰ ਉਹ ਉਹਨੂੰ ਮਾਰਿਆ ਕਰਦਾ ਸੀ। ਔਰ ਇੱਥੋਂ ਹੀ ਇੱਕ ਵੱਡੇ ਵੱਡੇ ਖੁਆਬ ਦਿਖਾ ਕੇ ਉਹਨਾਂ ਨੂੰ, ਲੜਕੀਆਂ ਨੂੰ ਜੋ ਹੈ ਇੱਥੋਂ ਲਿਜਾਇਆ ਜਾਂਦਾ ਕਿ ਤੁਹਾਡੀਆਂ ਦੁਨੀਆ ਜਹਾਂ ਦੀ ਖਾਹਿਸ਼ਾਂ ਜੋ ਹੈ ਉਹ ਅਸੀਂ ਪੂਰੀਆਂ ਕਰਾਂਗੇ। ਔਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕਿਸਮ ਦੇ ਜੋ ਇੱਕ ਛਲਾਵੇ ਹੈਗੇ ਨੇ, ਲਾਲਚ ਜੋ ਲੜਕੀਆਂ ਨੂੰ ਦਿੱਤੇ ਜਾਂਦੇ ਨੇ, ਕੁਝ ਕੁ ਪੈਸੇ ਉਹਨਾਂ ਦੇ ਘਰਦਿਆਂ ਨੂੰ ਦਿੱਤੇ ਜਾਂਦੇ ਆ। ਸੋ ਉਸ ਲੜਕੀ ਨੂੰ ਜਦੋਂ ਰੈਸਕਿਊ ਕਰ ਲਿਆ ਗਿਆ ਟੀਮਸ ਵੱਲੋਂ ਅਤੇ ਉਸਦੇ ਮਾਪਿਆਂ ਦੇ ਕੋਲ ਵਾਪਸ ਭੇਜ ਦਿੱਤਾ ਗਿਆ, ਉਸ ਵੇਲੇ ਉਹ 5 ਮੰਥਸ ਦੀ ਪ੍ਰੈਗਨੈਂਟ ਲੜਕੀ ਸੀ। ਸੋ ਇਹ ਤਾਂ ਖਾਲੀ ਮੀਤ ਮੁਕੱਦਸ ਅਸ਼ਰਫ ਦੀ ਕਹਾਣੀ ਹੈ, ਨਾ ਜਾਣੇ ਕਿੰਨੀਆਂ ਹੀ ਹਜ਼ਾਰਾਂ ਲੱਖਾਂ ਕਹਾਣੀਆਂ ਜੋ ਨੇ ਉਹ ਪਰਦੇ ਪਿੱਛੇ ਜੋ ਉਹ ਦਫਨ ਹੋਈਆਂ ਨੇ। ਜੀ ਦੋਸਤੋ, ਲੜਕੀਆਂ ਨਾਲ ਗੱਲ ਕੀਤਿਆਂ ਪਤਾ ਲੱਗਦਾ ਹੈ ਕਿ ਲੜਕੀਆਂ ਨੂੰ ਜਦੋਂ ਸਮਗਲ ਕੀਤਾ ਜਾਂਦਾ ਹੈ ਜਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਬਰਨ ਵਿਆਹ ਕਰਕੇ ਉਹਨਾਂ ਨੂੰ ਚਾਈਨਾ ਭੇਜ ਦਿੱਤਾ ਜਾਂਦਾ ਹੈ, ਉਹਨਾਂ ਨਾਲ ਸਮੂਹਿਕ ਬਲਾਤਕਾਰ ਕੀਤੇ ਜਾਂਦੇ ਨੇ ਜਾਂ ਬੱਚੇ ਪੈਦਾ ਕਰਕੇ ਉਹਨਾਂ ਨੂੰ ਰੋਲਣ ਵਾਸਤੇ ਛੱਡ ਦਿੱਤਾ ਜਾਂਦਾ ਜਾਂ ਵਾਪਸ ਭੇਜ ਦਿੱਤਾ ਜਾਂਦਾ ਹੈ, ਜਾਂ ਉਹਨਾਂ ਨੂੰ ਪ੍ਰੋਸਟੀਟਿਊਸ਼ਨ ਦੇ ਧੰਦੇ ਦੇ ਵਿੱਚ ਧੱਕੇ ਨਾਲ ਇਨਵੋਲਵ ਕਰ ਦਿੱਤਾ ਜਾਂਦਾ ਹੈ, ਜਾਂ ਬਹੁਤ ਸਾਰੇ ਲੋਕਾਂ ਵੱਲੋਂ ਉਹਨਾਂ ਦਾ ਹਰ ਰੋਜ਼ ਸੈਕਸ਼ੁਅਲੀ ਉਹਨਾਂ ਨੂੰ ਹੈਰਸ ਕੀਤਾ ਜਾਂਦਾ ਹੈ। ਸੋ ਬਹੁਤ ਕਿਸਮ ਦੀਆਂ ਕਹਾਣੀਆਂ ਜੋ ਨੇ ਉਹ ਮੀਤ ਮੁਕੱਦਸ ਅਸ਼ਰਫ ਦੀ ਤਰ੍ਹਾਂ ਬਹੁਤ ਸਾਰੇ ਗਹਿਰਾਈ ਦੇ ਪੰਨਿਆਂ ਦੇ ਵਿੱਚ ਦਫਨ ਹੋਈਆਂ ਨੇ। ਸੋ ਕੁਝ ਕੁ ਯੈਨ, ਜਿਵੇਂ 1.5 ਲੱਖ ਯੈਨ ਜੋ ਹੈ ਉਹਨਾਂ ਦੀ ਕੀਮਤ ਪਾਕਿਸਤਾਨੀ ਕਰੰਸੀ ਦੇ ਵਿੱਚ 30-35 ਲੱਖ ਹੈ। ਸੋ ਜਦੋਂ ਇਹ ਲਾਲਚ ਦਿੱਤਾ ਗਿਆ 1.5 ਲੱਖ ਯੈਨ ਦੇ ਵਿੱਚ ਜੋ ਲੜਕੀਆਂ ਨੇ ਉਹ ਬੁੱਕ ਕੀਤੀਆਂ ਜਾਣ ਲੱਗੀਆਂ ਅਤੇ ਡੀਲਰਸ ਨੂੰ ਇਸ ਤਰ੍ਹਾਂ ਦਾ ਲਾਲਚ ਪਿਆ ਔਰ ਡੀਲਰ ਲਾਲਚੀ ਹੋ ਕੇ ਇੱਧਰ ਉੱਧਰ ਲੜਕੀਆਂ ਦੇ ਭਾਲ ਦੇ ਵਿੱਚ ਘੁੰਮਣ ਲੱਗੇ। ਇੰਨਾ ਹੀ ਨਹੀਂ, ਜੋ ਚਰਚਾਂ ਦੇ ਪਾਦਰੀ ਸੀ ਉਹਨਾਂ ਨੂੰ ਵੀ ਵਰਗਲਾਇਆ ਗਿਆ, ਉਹਨਾਂ ਨੂੰ ਵੀ ਵਿੱਚ ਕੁਝ ਪੈਸੇ ਦਿੱਤੇ ਗਏ ਤਾਂ ਕਿ ਉਹ ਗਰੀਬ ਮਾਪਿਆਂ ਦਾ ਕੰਟੈਕਟ ਲੱਭ ਕੇ ਇਹਨਾਂ ਲੜਕੀਆਂ ਨੂੰ ਉਹਨਾਂ ਤੱਕ ਪਹੁੰਚਾ ਸਕਣ। ਸੋ ਕੁਝ ਕੁ ਪਾਦਰੀ ਵੀ ਦੋਸ਼ੀ ਪਾਏ ਗਏ ਔਰ ਵੱਡੇ ਪੈਮਾਨੇ 'ਤੇ ਉਹਨਾਂ ਨੂੰ ਫੜਿਆ ਵੀ ਗਿਆ। ਵੈਸੇ ਕੁਝ ਆਰਗੇਨਾਈਜੇਸ਼ਨਸ ਵੱਲੋਂ ਰੈਸਕਿਊ ਆਪਰੇਸ਼ਨ ਚਲਾਏ ਗਏ, ਕੁਝ ਹੱਦ ਤੱਕ ਠੱਲ ਪੈ ਗਈ ਹੈ, ਪਰ ਹਾਲੇ ਵੀ ਇਹ ਵਰਤਾਰਾ ਜਿਹੜਾ ਜਿਉਂਦਾ ਤਿਉਂ ਚੱਲ ਰਿਹਾ ਹੈ, ਕਿਉਂਕਿ ਜਿਹੜੀ ਜੜ ਹੈ ਉਹ ਇਹੀ ਹੈ ਕਿ ਚਾਈਨਾ ਦੀ ਜੋ ਪੋਪੂਲੇਸ਼ਨ ਹੈ ਉਸ ਵਿੱਚ ਲਗਾਤਾਰ ਗਿਰਾਵਟ ਦੋਸਤੋ ਜੋ ਹੈ ਉਹ ਦੇਖਣ ਦੇ ਵਿੱਚ ਆ ਰਹੀ ਹੈ। ਹੁਣ ਜਦੋਂ ਲੜਕੀਆਂ 1.5 ਲੱਖ ਯੈਨ ਦੇ ਵਿੱਚ ਬੁੱਕ ਕੀਤੀਆਂ ਜਾਣ ਲੱਗੀਆਂ, ਇਸ ਦੇ ਨਾਲ ਕੀ ਹੋਣ ਲੱਗਿਆ, ਜੋ 30-35 ਲੱਖ ਰੁਪਏ ਪਾਕਿਸਤਾਨ ਦੇ ਬਣਦੇ ਸੀ, ਡੀਲਰਸ ਜੋ ਸੀ ਉਹ 4-5 ਲੱਖ ਰੁਪਇਆ ਲੜਕੀਆਂ ਦੇ ਮਾਪਿਆਂ ਨੂੰ ਦੇ ਦਿੰਦੇ ਸਨ ਔਰ ਬਾਕੀ ਦਾ 25-30 ਲੱਖ ਰੁਪਇਆ ਆਪਣੀ ਜੇਬ ਦੇ ਵਿੱਚ ਪਾ ਲਿਆ ਕਰਦੇ ਸਨ। ਇਸ ਕਰਕੇ ਲਾਲਚ, ਕਿਉਂਕਿ ਕਹਿੰਦੇ ਨੇ ਬੁਰੀ ਬਲਾ ਹੈ, ਔਰ ਲਾਲਚ ਦੇ ਹੇਠਾਂ ਆ ਕੇ ਇਹ ਸਾਰੇ ਕੰਮ ਨੂੰ ਸਰੰਜਾਮ ਜੋ ਸੀ ਦੋਸਤੋ ਉਹ ਦਿੱਤਾ ਜਾਣ ਲੱਗਾ। ਅਨੁਮਾਨ ਹੈ ਕਿ ਕੁਝ ਸਾਲਾਂ ਵਿੱਚ 1/3 ਲੋਕ ਲੇਬਰ ਫੋਰਸ ਤੋਂ ਬਾਹਰ ਹੋ ਜਾਣਗੇ। ਸਰਕਾਰੀ ਇਨਸੈਂਟਿਵਸ ਤੇ ਉਹਨਾਂ ਦੀ ਨਿਰਭਰਤਾ ਵੱਧ ਜਾਏਗੀ। ਚਾਈਨਾ ਦੁਨੀਆ ਦਾ ਮੈਨੂਫੈਕਚਰਿੰਗ ਹੱਬ ਬਣ ਚੁੱਕਿਆ ਹੈ। ਜੇ ਯੁਵਾ ਲੋਕਾਂ ਦੀ ਆਬਾਦੀ ਘਟੀ ਤਾਂ ਇਸ ਤੇ ਵੀ ਵੱਡਾ ਅਸਰ ਪਵੇਗਾ। ਹਾਲਾਂਕਿ ਚੀਨ ਚਾਹੁੰਦਾ ਹੈ ਕਿ ਵਰਲਡ ਪਾਵਰ ਬਣਨ ਦੇ ਲਈ ਉਸ ਦੀ ਯੁਵਾ ਆਬਾਦੀ ਜ਼ਿਆਦਾ ਹੋਣੀ ਚਾਹੀਦੀ ਹੈ, ਪਰ ਅਸਰ ਉਲਟਾ ਹੋ ਰਿਹਾ ਹੈ ਤੇ ਵਜ੍ਹਾ ਇਹ ਵੀ ਹੈ ਲੋਕਾਂ ਦੇ ਵਿੱਚ ਸ਼ਹਿਰੀਕਰਨ ਦੇ ਰੁਝਾਨ ਦਾ ਵਧਣਾ। ਕੋਈ ਵੀ ਜੋੜਾ ਇੱਕ ਤੋਂ ਜ਼ਿਆਦਾ ਬੱਚੇ ਪੈਦਾ ਕਰਨ ਤੋਂ ਪਹਿਲਾਂ 100 ਵਾਰ ਸੋਚਣ ਲੱਗਾ ਹੈ। ਦੋਸਤੋ, ਗੱਲ ਕੀ, ਚਾਈਨਾ ਜੋ ਹੈ ਉਹ ਬੁਰੇ ਤਰੀਕੇ ਨਾਲ ਪਰੇਸ਼ਾਨ ਹੈ ਕਿਉਂਕਿ ਉਸ ਦੀ ਜੋ ਪੋਪੂਲੇਸ਼ਨ ਹੈ ਉਸ ਦੇ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾਂਦੀ ਰਹੀ ਹੈ। ਇਸ਼ੂ ਇਹ ਵੱਡਾ ਖੜਾ ਹੋ ਗਿਆ ਕਿ ਚਾਈਨਾ ਦੇ ਵਿੱਚ ਜੋ ਕੰਮਕਾਜੀ
ਨੌਜਵਾਨ ਨੇ ਉਹਨਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਇਸ ਤੋਂ ਇਲਾਵਾ ਜੋ ਨਵਜੰਮੇ ਸ਼ਿਸ਼ੂ ਨੇ ਉਹਨਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਘੱਟ ਹੈ। ਔਰ 2011 ਤੋਂ ਬਾਅਦ 2021 ਦੇ ਸੈਂਸ਼ੀਅਸ ਦੇ ਵਿੱਚ ਜੇਕਰ ਅਸੀਂ ਦੇਖੀਏ ਤਾਂ ਕਾफ़ी ਵੱਡੀ ਗਿਰਾਵਟ ਜਿਹੜੀ ਹੈ ਉਹ ਦਰਜ ਕੀਤੀ ਗਈ ਹੈ। ਹਾਲੇ ਵੀ ਜੋ ਚਾਈਨਾ ਹੈ ਉਹ ਦੁਨੀਆ ਦੀ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਮੁਲਕ ਹੈ। ਇੰਡੀਆ ਦੀ ਆਬਾਦੀ ਹੈ 137 ਕਰੋੜ ਔਰ ਚਾਈਨਾ ਦੀ ਆਬਾਦੀ ਹੈ 141 ਕਰੋੜ। ਪਰ 10 ਸਾਲ ਪਹਿਲਾਂ ਦਾ ਜੇਕਰ ਅਸੀਂ ਡੇਟਾ ਦੇਖੀਏ ਤਾਂ ਉਦੋਂ ਉਹਨਾਂ ਦੀ ਪੋਪੂਲੇਸ਼ਨ ਸੀ 134 ਕਰੋੜ, ਯਾਨੀ ਕਿ 10 ਸਾਲ ਦੇ ਵਿੱਚ ਸਿਰਫ 7 ਕਰੋੜ ਦਾ ਇਜ਼ਾਫਾ ਹੋਣਾ, ਯਾਨੀ ਕਿ ਟੋਟਲ ਪੋਪੂਲੇਸ਼ਨ ਗਰੋਥ ਰੇਟ ਇਜ਼ 5%। ਤਾਂ ਹਾਲਾਂਕਿ ਇਹਦੇ ਵਿੱਚ ਜਦੋਂ ਲੋਕ ਜਿਹੜੇ ਨੇ ਉਹਨਾਂ ਨੇ ਬੱਚੇ ਘੱਟ ਪੈਦਾ ਕਰਨੇ ਸ਼ੁਰੂ ਕਰ ਦਿੱਤੇ ਤਾਂ ਆਬਾਦੀ ਦੇ ਵਿੱਚ ਜਿੱਥੇ ਗਿਰਾਵਟ ਆਈ, ਨਵਜੰਮੇ ਬੱਚਿਆਂ ਦੇ ਵਿੱਚ ਜਿੱਥੇ ਗਿਰਾਵਟ ਆਈ, ਉੱਥੇ ਹੀ ਬਜ਼ੁਰਗਾਂ ਦੀ ਆਬਾਦੀ ਦੇ ਵਿੱਚ ਇਜ਼ਾਫਾ ਹੋ ਗਿਆ। ਹੁਣ ਇਸ ਆਬਾਦੀ ਦੇ ਵਿੱਚ ਇਜ਼ਾਫਾ ਹੋਣ ਨਾਲ ਚਾਈਨੀਜ਼ ਗੌਰਮੈਂਟ ਨੂੰ ਉਹਨਾਂ ਨੂੰ ਪੈਨਸ਼ਨ ਦੇਣੀ ਪਏਗੀ, ਉਹਨਾਂ ਦੀ ਹੈਲਥ ਦੀ ਟੇਕ ਕੇਅਰ ਕਰਨੀ ਪਏਗੀ, ਜਿੱਥੇ ਉਹਨਾਂ ਨੂੰ ਹੋਰ ਜ਼ਿਆਦਾ ਫੰਡਸ ਜਿਹੜੇ ਨੇ ਉਹ ਚਾਹੀਦੇ ਹੋਣਗੇ। ਦੂਜੇ ਪਾਸੇ ਚਾਈਨੀਜ਼ ਨੌਜਵਾਨ ਕਹਿ ਰਹੇ ਹੈ ਕਿ ਚਾਈਨਾ ਜੋ ਹੈ ਉਹ ਦੁਨੀਆ ਦੀ ਨੰਬਰ 1 ਅਰਥ ਵਿਵਸਥਾ ਬਣਨ ਜਾ ਰਹੀ ਹੈ, ਇਵਨ ਹੈ। ਤਾਂ ਉਹਨਾਂ ਦਾ ਲਾਈਫ ਸਟੈਂਡਰਡ ਜੋ ਹੈ ਉਹ ਉਹਨਾਂ ਨੇ ਆਪਣਾ ਅਪਲਿਫਟ ਕਰ ਲਿਆ ਹੈ, ਉਹਨਾਂ ਨੇ ਆਪਣੇ ਟੇਸਟ ਬਦਲ ਲਏ ਨੇ, ਪ੍ਰੈਫਰੈਂਸਿਸ ਬਦਲ ਲਏ ਨੇ। ਤਾਂ ਉਹ ਹਰ ਇੱਕ ਜੋ ਜੋੜਾ ਹੈ, ਨੌਜਵਾਨ ਜੋੜਾ, ਉਹ ਇੱਕ ਤੋਂ ਜ਼ਿਆਦਾ ਬੱਚੇ ਪੈਦਾ ਕਰਨ ਵਾਸਤੇ 100 ਵਾਰ ਸੋਚਦਾ ਹੈ। ਦੂਸਰੀ ਵੱਡੀ ਗੱਲ ਇਹ ਹੈ ਕਿ ਚਾਈਨਾ ਜੋ ਇਸ ਵਿਸ਼ਵ ਦੀ ਇੱਕ ਵੱਡੀ ਪਾਵਰ ਬਣਨ ਜਾ ਰਿਹਾ ਹੈ, ਕਿ ਇਹ ਜਿਹੜੀ ਵੱਡੀ ਪਾਵਰ ਹੈ ਉਸ ਦਾ ਬੋਝ ਬਜ਼ੁਰਗ ਆਪਣੇ ਮੋਢਿਆਂ 'ਤੇ ਚੱਕ ਸਕਦੇ ਹੈ? ਯਕੀਨਨ ਨਹੀਂ। ਸੋ ਹੁਣ ਜਿੱਥੇ ਲੋਕ ਕਹਿ ਰਹੇ ਆ ਕਿ ਅਸੀਂ ਹੋਰ ਜ਼ਿਆਦਾ ਬੱਚੇ ਪੈਦਾ ਕਰਨ ਵਾਸਤੇ ਸੋਚ ਸਕਦੇ ਹਾਂ ਜੇਕਰ ਚਾਈਨੀਜ਼ ਗੌਰਮੈਂਟ ਸਾਨੂੰ ਪੈਸੇ ਦੇਵੇ, ਅਸੀਂ ਤਾਂ ਹੀ ਅਫੋਰਡ ਕਰ ਸਕਦੇ ਹਾਂ, ਕਿਉਂਕਿ ਇੱਕ ਬੱਚੇ ਦੇ ਸਰਵਾਈਵ ਕਰਨ ਦੇ ਵਾਸਤੇ ਬਹੁਤ ਸਾਰੇ ਪੈਸੇ ਚਾਹੀਦੇ ਹੁੰਦੇ ਆ, ਉਸ ਦੀ ਹੈਲਥ, ਉਸ ਦੀ ਪੜ੍ਹਾਈ, ਐਵਰੀਥਿੰਗ, ਸਭ ਵਾਸਤੇ ਪੈਸਾ ਚਾਹੀਦਾ। ਤਾਂ ਮੈਨੂੰ ਲੱਗਦਾ ਹੈ ਹੁਣ ਰਸ਼ੀਆ ਦੀ ਤਰ੍ਹਾਂ, ਜਰਮਨੀ ਦੀ ਤਰ੍ਹਾਂ ਜਾਂ ਹੋਰ ਕੰਟਰੀਜ਼ ਦੀ ਤਰ੍ਹਾਂ ਜਿਨ੍ਹਾਂ ਨੂੰ ਪੋਪੂਲੇਸ਼ਨ ਕ੍ਰਾਈਸਿਸ ਆਇਆ ਹੈ, ਉਹਨਾਂ ਦੀ ਤਰ੍ਹਾਂ ਚਾਈਨਾ ਨੂੰ ਵੀ ਆਪਣੇ ਸਿਟੀਜ਼ਨਸ ਨੂੰ ਪੋਪੂਲੇਸ਼ਨ ਕ੍ਰਾਈਸਿਸ ਵਿੱਚੋਂ ਬਾਹਰ ਆਉਣ ਵਾਸਤੇ ਜਿਹੜੇ ਪੈਸੇ ਨੇ ਉਹ ਦੇਣੇ ਪੈਣਗੇ। ਪਰ ਕੀ ਚਾਈਨਾ ਇਸ ਤਰ੍ਹਾਂ ਕਰੇਗਾ? ਕਿਉਂਕਿ ਬਜ਼ੁਰਗ ਲੋਕਾਂ ਦੀ ਪੈਨਸ਼ਨ ਦੇਣ ਵਾਸਤੇ ਹੀ ਚਾਈਨਾ ਨੂੰ ਬਹੁਤ ਔਖਾ ਲੱਗ ਰਿਹਾ ਹੈ, ਤਾਂ ਕੀ ਉਹ ਬੱਚੇ ਜੰਮਣ ਵਾਸਤੇ ਪੈਸੇ ਦੇਣੇ ਸ਼ੁਰੂ ਕਰੇਗਾ? ਖੈਰ, ਚਾਈਨਾ ਕੀ ਕਰਦਾ ਹੈ ਇਹ ਦੇਖਦੇ ਹਾਂ। ਚਾਈਨਾ ਇਸ ਚੀਜ਼ ਦਾ ਕੀ ਹੱਲ ਕਰਦਾ ਹੈ ਉਹ ਤਾਂ ਸਮਾਂ ਹੀ ਦੱਸੇਗਾ। ਫਿਲਹਾਲ ਤੁਹਾਡੀ ਇਸ ਬਾਰੇ ਕੀ ਰਾਏ ਹੈ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ। ਅਨਮਿਊਟ ਦੇ ਇਸ ਪ੍ਰੋਗਰਾਮ ਜਿਸ ਦਾ ਨਾਮ ਹੈ ਫਰੰਟਲਾਈਨਸ ਬੈਕਗਰਾਉਂਡ, ਇਸ ਦੇ ਵਿੱਚ ਫਿਲਹਾਲ ਇੰਨਾ ਹੀ। ਮੈਨੂੰ ਯਾਨੀ ਗੁਰਨੀਤ ਨੂੰ ਦਿਓ ਇਜਾਜ਼ਤ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ। ਇੱਕ ਵਾਰ ਫਿਰ ਤੋਂ ਕਿਸੇ ਹੋਰ ਟੌਪਿਕ ਦੇ ਨਾਲ ਤੇ ਉਸ ਦੀ ਬੈਕਗਰਾਉਂਡ ਡਿਸਕਸ਼ਨਸ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਤੁਸੀਂ ਦੇਖਦੇ ਰਹੋ ਦਾ ਅਨਮਿਊਟ।